वाहिगुरु जी। जो तो प्रेम खिलन का चाओ, सिर धर तली गली मेरी आओ। इत मार्ग पैर तरी जै, सिर दीजै कान न कीजै। वाह प्रगट्यो मर्द अगमड़ा, वरियाम अकेला। वाहो वाहो गोबिंद सिंह, आपे गुर चेला। वाहो वाहो गोबिंद सिंह, आपे गुर चेला। खालसा मेरो रूप है खास, खालसे मैं हूँ करो निवास। खालसा मेरो सज्जन सूरा, खालसा मेरो सतगुर पूरा। जब लग खालसा रहै न्यारा, तब लग तेज दियो मैं सारा। जब एह गहै विप्रन की रीत, तो मैं न करूं इनकी प्रतीत। जब एह गहै विप्रन की रीत, तब मैं न करूं इनकी प्रतीत। परम सम्मान योग जुगो जुग अटल तख्त चवर छतर दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर मेरी पीरी दे मालिक छेवें पातशाह श्री गुरु हरगोबिंद साहिब महाराज जी की चरण छो प्राप्त पावन पवित्र अस्थान गुरुद्वारा श्री बौली साहिब जी विखे खालसा साजना दिवस नूं समर्पित करके परसों रोज तो तुर्की बाणी दे श्री अखंड पाठ साहिब प्रारंभ सन, जिन्हां दी संपूर्णता तो उपरंत हजूरी रागी जथा भाई गुरदीप सिंह जी आप जी नूं गुरबानी कीर्तन बहुत ही प्यार दे नाल सतगुरु गुरु गोबिंद सिंह महाराज पातशाह जी की रचना सर्वलो ग्रंथ दे विचों आप जी नूं शब्द सरवण करा के गए हैं। कुछ समय वास्ते हुक्म होया है कि आप संगतां दे चरण पर सकीए। सतगुरु महाराज पातशाह बख्शिश रहमत करन आओ। सब तो पहला साहिब जी सतगुरु गुरु गोबिंद सिंह सच्चे पातशाह महाराज जी की हाज़री
ਚਰਨਾਂ ਦੇ ਵਿੱਚ ਮਹਾਰਾਜ ਜੀ ਦੇ ਸਾਡੇ ਲੱਗ ਸਕੇ। ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਵਾਉਣ ਨਾ ਕਰੋ, ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਅੱਜ ਤੋਂ 324 ਸਾਲ ਪਹਿਲਾਂ ਮਹਾਰਾਜ ਜੀ ਨੇ ਪੰਥ ਦੇ ਸਾਜਨਾ ਦਿਹਾੜੇ ਦੇ ਉੱਪਰ ਸਾਡੀ ਝੋਲੀ ਦੇ ਵਿੱਚ ਪਾਉਣਾ ਕੀਤੀ। ਇਸ ਫਤਿਹ ਨੂੰ ਬੁਲਾਉਣ ਵਾਸਤੇ, ਇਸ ਫਤਿਹ ਨੂੰ ਪਾਉਣ ਵਾਸਤੇ, ਇਸ ਫਤਿਹ ਦੀ ਦ੍ਰਿੜਤਾ, ਇਸ ਫਤਿਹ ਦੇ ਸਿਧਾਂਤ ਨੂੰ ਉਜਾਗਰ ਰੱਖਣ ਵਾਸਤੇ ਸਿੱਖਾਂ ਨੇ ਅਨੇਕਾਂ ਹੀ ਸ਼ਹਾਦਤਾਂ ਦੇ ਜਾਮ ਵੀ ਪੀਤੇ ਹਨ। ਸੋ ਜਦੋਂ ਵੀ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਵਿੱਚ ਬੈਠੋ, ਆਪ ਜੀ ਆਰੰਭਤਾ ਦੇ ਵਿੱਚ ਮੈਂ ਬੇਨਤੀ ਜ਼ਰੂਰ ਕਰਾਂ ਕਿ ਅੱਜ ਖਾਲਸੇ ਦੀ ਸਾਜਨਾ ਦਾ ਦਿਹਾੜਾ ਹੈ ਤੇ ਜਦੋਂ ਵੀ ਅੰਮ੍ਰਿਤ ਛਕਾਇਆ ਜਾਂਦਾ ਹੈ, ਸ਼ਾਇਦ ਆਪ ਜੀ ਦੇ ਵਿੱਚੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਅੰਮ੍ਰਿਤ ਛਕਣ ਵੇਲੇ 17 ਵਾਰ ਫਤਿਹ ਬੁਲਾਈ ਜਾਂਦੀ ਹੈ। ਜਦੋਂ ਪ੍ਰਾਣੀ ਪੰਜਾਂ ਪਿਆਰਿਆਂ ਦੇ ਹਾਜ਼ਰ ਹੁੰਦਾ ਹੈ ਉਦੋਂ ਫਤਿਹ ਬੁਲਾਉਂਦਾ ਹੈ। ਜਦੋਂ 5 ਚੂਲੇ ਦਿੱਤੇ ਜਾਂਦੇ ਨੇ ਉਦੋਂ 5 ਵਾਰ ਫਤਿਹ ਬੁਲਾਈ ਜਾਂਦੀ ਹੈ। ਜਦੋਂ 5 ਛੱਟੇ ਨੇਤਰਾਂ ਦੇ ਵਿੱਚ ਪਾਏ ਜਾਂਦੇ ਨੇ ਉਦੋਂ 5 ਵਾਰ ਫਤਿਹ ਬੁਲਾਈ ਜਾਂਦੀ ਹੈ। ਜਦੋਂ ਸੀਸ ਵਿੱਚ 5 ਅੰਮ੍ਰਿਤ ਦੇ ਚੂਲੇ ਪਾਏ ਜਾਂਦੇ ਨੇ ਉਦੋਂ ਵੀ 5 ਵਾਰੀ ਫਤਿਹ ਬੁਲਾਈ ਜਾਂਦੀ। ਫਿਰ ਅੰਮ੍ਰਿਤ ਛਕਣ ਤੋਂ ਬਾਅਦ ਵਿੱਚ ਸੰਗਤ ਵੱਲੇ ਮੁੱਖ ਕਰਕੇ ਪ੍ਰਾਣੀ ਜਿਹੜਾ ਹੈ ਫਿਰ ਫਤਿਹ ਬੁਲਾਉਂਦਾ ਹੈ। ਸੋ ਇਹ ਫਤਿਹ ਦੀ ਮਹਾਨਤਾ ਹੈ ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਹ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਜਿਵੇਂ ਕਲਾਸ ਦੇ ਵਿੱਚ ਬੈਠੇ ਹੋਏ ਵਿਦਿਆਰਥੀ ਦੀ ਹਾਜ਼ਰੀ ਉਦੋਂ ਹੀ ਲੱਗਦੀ ਹੈ ਜਦੋਂ ਉਹ ਬੋਲ ਕੇ ਦੱਸੇ ਕਿ ਮੈਂ ਹਾਜ਼ਰ ਹਾਂ। ਸੋ ਆਪ ਸੰਗਤ ਬੈਠੇ ਹੋ, ਆਓ ਪਿਆਰ ਸਤਿਕਾਰ ਸਹਿਤ ਫਤਿਹ ਨਾ ਤੁਹਾਡੀ ਹੈ ਤੇ ਨਾ ਮੇਰੀ ਹੈ, ਫਤਿਹ ਸਤਿਗੁਰੂ ਮਹਾਰਾਜ ਜੀ ਦੀ ਹੈ। ਬੁਲਾਉਣ ਵਿੱਚ ਢਿਲਾਈ ਨਹੀਂ ਕਰਨੀ, ਚੜ੍ਹਦੀ ਕਲਾ ਵਿੱਚ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪੰਥ ਦੀ ਨੀਂਹ ਰੱਖੀ ਹੈ, ਭਾਈ ਗੁਰਦਾਸ ਸਾਹਿਬ ਜੀ ਪਾਵਨ ਗੁਰਬਾਣੀ ਦੇ ਅੰਦਰ ਉਹਨਾਂ ਨੇ ਇਹ ਗੁਰਵਾਕ ਕਹੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਸਾਰ ਦੇ ਵਿੱਚ ਆਉਣਾ ਤੇ ਉਹਨਾਂ ਨੇ ਇੱਕ ਪੂਰਨ ਮਨੁੱਖ ਦੀ ਜਿਹੜੀ ਕਲਪਨਾ ਆਪਣੇ ਮਨ ਦੇ ਵਿੱਚ ਕੀਤੀ, ਉਸ ਨੂੰ ਸੰਪੂਰਨ ਕਰਦਿਆਂ ਹੋਇਆਂ 230 ਸਾਲ ਦਾ ਸਮਾਂ ਲੱਗਿਆ ਹੈ। ਜਾਂ ਇਸ ਤਰ੍ਹਾਂ ਆਖ ਸਕਦੇ ਹੋ ਕਿ ਸਿੱਖੀ ਦਾ ਜਿਹੜਾ ਸਫ਼ਰ ਹੈ ਉਹ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਕੇਸਗੜ੍ਹ ਸਾਹਿਬ ਦੀ ਧਰਤੀ ਤੱਕ ਸੰਪੂਰਨ ਜਾ ਕੇ ਹੁੰਦਾ ਹੈ। ਸਿੱਖੀ ਦਾ ਜਿਹੜਾ ਸਫ਼ਰ ਹੈ ਉਹ ਰਬਾਬ ਦੀਆਂ ਤਾਰਾਂ ਤੋਂ, ਸ਼ਬਦ ਦੀ ਗੂੰਜ ਤੋਂ ਸ਼ੁਰੂ ਹੋ ਕੇ ਖੰਡੇ ਦੇ ਅੰਮ੍ਰਿਤ ਤੇ ਜਾ ਕੇ ਸੰਪੂਰਨ ਹੁੰਦਾ ਹੈ। ਸਿੱਖੀ ਦਾ ਜਿਹੜਾ ਸਫ਼ਰ ਹੈ ਉਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ। ਸਿੱਖੀ ਦਾ ਜਿਹੜਾ ਸਫ਼ਰ ਹੈ ਉਹ ਵੇਈ ਨਦੀ ਤੋਂ ਸ਼ੁਰੂ ਹੋ ਕੇ ਸਤਲੁਜ ਦੇ ਉਸ ਕਿਨਾਰੇ ਤੱਕ, ਜਿਸ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਵਸਾਇਆ, ਉੱਥੇ ਜਾ ਕੇ ਸੰਪੂਰਨ ਹੁੰਦਾ ਹੈ। ਸਿੱਖੀ ਦਾ ਸਫ਼ਰ ਜਿਹੜਾ ਹੈ ਉਹ ਕਿਵ ਸਚਿਆਰਾ ਤੋਂ ਸ਼ੁਰੂ ਹੋ ਕੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ ਤੇ ਜਾ ਕੇ ਸੰਪੂਰਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਫ਼ਰ ਨੂੰ ਪੂਰਨ ਕਰਨ ਵਾਸਤੇ ਗੋਕਲ ਚੰਦ ਨਾਰੰਗ, ਉਹਨਾਂ ਨੇ ਬੜਾ ਸੋਹਣਾ ਲਿਖਿਆ ਆਪਣੀ ਲਿਖਤਾਂ ਦੇ ਅੰਦਰ। ਉਹ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪੂਰਨ ਮਨੁੱਖ ਨੂੰ ਸਾਜਣ ਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਧਰਤੀ ਤਿਆਰ ਕੀਤੀ, ਜਿਸ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬੀਜ ਪਾ ਕੇ ਆਖਿਆ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਧਰਤੀ ਨੂੰ ਸਿੰਜਣਾ,
इस धरती की राखी करनी जिहड़ी सी वो गुरु अंगद देव महाराज जी तो लै करके धन गुरु तेग बहादुर महाराज सच्चे पातशाह ने इस धरती की राखी की। इस बीज नूं वधदा ते फुलदा होया तकिया। साहिबे कमाल अमृत के दाते सतगुरु गुरु गोबिंद सिंह महाराज पातशाह ने फिर इस नूं संपूर्णता दे के कहा कि खालसा मेरो रूप है खास, खालसे मैं हूं करो निवास। सतगुरु गुरु गोबिंद सिंह सच्चे पातशाह महाराज जी ने यह वचन कहे कि खालसा जिहड़ा है वो प्रगट्यो खालसा परमात्मा की मौज, परमात्मा की मौज दे विच खालसा प्रगट होया है। और महाराज गुरु गोबिंद सिंह जिहड़े समुची कायनात के मालिक ने, महाराज ने कहा कि मेरी जिन्नी शक्ति है, मेरी जिन्नी ताकत है, अज तो बाद खालसा उस सारी ताकत ते शक्ति का मालिक है। सतगुरु गुरु गोबिंद सिंह महाराज पातशाह सरबलोह के अंदर वचन कहे महाराज जी ने। महाराज कहते जब लग खालसा रहे न्यारा, तब लग तेज दियो मैं सारा। जिन्नी देर तक खालसा न्यारेपन दे विच रहेगा, खालसे दे अंदर गुरु का न्यारापन मौजूद है, सतगुरु महाराज कहते तब लग तेज दियो मैं सारा। मेरी समुची ताकत, मेरा समुचा बल शक्ति ये खालसे दी है। सतगुरु महाराज कहते कृपान पान धारियं कोट पाप टारियं। जो कृपान नूं शरीर ते धारण करके रखेगा उनके करोड़ां पाप जिहड़े ने वो नाश हो जावणगे। महाराज कहते जब ए गह विप्रन की रीत, तो मैं ना करूं इनकी प्रतीत। ते जिस दिन खालसा सिख गुरु का दर छड्ड के ये विप्रन दे, ये उल्टी रीत दे, ये पंडितां दे, मुलानियां दे, ये कबरां दे वाले पासे जाएगा, सतगुरु गुरु गोबिंद सिंह महाराज कहते हैं फिर ये मेरे कोलों कुछ भी प्राप्त नहीं कर सकता, मेरे वाले पासे झोली सखनी रह जाएगी। जब ये गहे विप्रन की रीत, तो मैं ना करो इनकी प्रतीत। महाराज कहते आके जो मर्जी आखे, ते प्रतीत दे अर्थ हुंदे ने भरोसा। सतगुरु महाराज कहते जिहड़ा गुरु दा नहीं बनता वो आके जो मर्जी आखी जावे, उनकी प्रतीत, उनका भरोसा कदे नहीं किया जा सकता। विसाखी का दिन सिक्खी दे अंदर महानता रखता है। गुरु नानक देव महाराज सच्चे पातशाह ने विसाखी वाले दिन ही सुल्तानपुर लोधी की धरती तो उदासियां की प्रारंभता की सी। विसाखी वाले दिन ही गुरु अमरदास सच्चे पातशाह महाराज ने बौली का कड़ तोड़िया सी। जिहड़ी बौली दे तुसी दर्शन करते हो कि 84 पौड़ियां उस बौली ने सतगुरु महाराज जी ने सानू बख्शिश कीतियां। और ये भी एक मर्यादा बना दी, एक साड़ी रवायत बनी है कि 84 वारी पाठ करो 84 कट्टी जाती आ। तुसी कहोगे जी किवें कट्टी गई? जिथे बाणी का वासा होवे उत्थे जमदूतां दा वासा नहीं हुंदा। जेड़ा सिख एक दिन दे विच 24 घंटियां दे विच 84 वारी जपजी साहब का पाठ कर लेगा, उन्होंने बाणी कंठ हो जाएगी। तो जिंदे हिरदे विच बाणी वस गई, महाराज कहते उत्थे जमदूतां दा वासा कित्थे हो सकता है। सतगुरु महाराज जी ने कड़ तोड़िया, उस दिन बौली का कड़ टुटिया। धन गुरु अंगद देव महाराज, ध्यान दे नाल सुनियो कि धन गुरु अंगद देव महाराज, धन गुरु अमरदास महाराज, धन गुरु अर्जन देव महाराज, धन गुरु तेग बहादुर महाराज, इन्हां दा प्रकाश 4 गुरु साहिबानां दा विसाख दे महीने दे विच होया है। सतगुरु महाराज जी ने विसाखी ही क्यों चुनी? तुसी साइंस नूं पढ़ के देखो, जिद्दन विसाखी हुंदी है सूरज जिहड़ा है सब तो उचाई ते उस दिन हुंदा है। धरती दे नालों सूरज की उचाई जिहड़ी है वो सब तो उचाई हुंदी है। ते महाराज कहते ने हम हूँ पंथ ले जाऊं उचेरे, असी पंथ नूं बहुत उच्चियां लैके जाना। यही कारण सी कि साखी एक मिलती इतिहास दे विच कि गुरु गोबिंद सिंह महाराज जी दे सिख जालमां नाल लड़ के आए, सोधा लाया उन्हां दा, जित के आए, ते नाल उन्हां दी नवीं विआही
ਮੋਟੀ ਜਿਹੜੀ ਸੀ ਉਹਦਾ ਡੋਲਾ ਵੀ ਨਾਲ ਚੁੱਕ ਕੇ ਲੈ ਕੇ ਆਏ। ਸਤਿਗੁਰੂ ਮਹਾਰਾਜ ਨੂੰ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ, ਮਹਾਰਾਜ ਅਸੀਂ ਅੱਜ ਜਿੱਤ ਕੇ ਆਏ। ਮਹਾਰਾਜ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ, ਬਹੁਤ ਅਸੀਸਾਂ ਦਿੱਤੀਆਂ, ਤੁਸੀਂ ਜਿੱਤ ਕੇ ਆਏ ਹੋ। ਮਹਾਰਾਜ ਅਸੀਂ ਅੱਜ ਜਿੱਤ ਕੇ ਤੇ ਨਾਲ ਕੁਝ ਲੈ ਕੇ ਆਏ। ਮਹਾਰਾਜ ਕਹਿੰਦੇ ਕੀ? ਕਹਿਣ ਲੱਗੇ ਕਿ ਅਸੀਂ ਆ ਡੋਲਾ ਮੁਗਲਾਂ ਦਾ ਲੈ ਕੇ ਆਏ। ਇਹਨਾਂ ਨੇ ਬੜੇ ਅਤਿਆਚਾਰ ਕੀਤੇ ਹਿੰਦੂਆਂ ਦੀ ਬਹੂ ਤੇ ਬੇਟੀਆਂ ਦੇ ਉੱਪਰ, ਉਹਨਾਂ ਦੀਆਂ ਪੱਤਾਂ ਰੋਲੀਆਂ। ਮਹਾਰਾਜ ਹੁਕਮ ਕਰੋ, ਅੱਜ ਬਦਲਾ ਵੀ ਲੈ ਸਕਦੇ ਆ। ਮਹਾਰਾਜ ਜੀ ਦੇ ਨੇਤਰ ਲਾਲ ਸਨ ਤੇ ਮਹਾਰਾਜ ਨੇ ਇੰਨੇ ਜੋਸ਼ ਤੇ ਗੁੱਸੇ ਦੇ ਵਿੱਚ ਮਹਾਰਾਜ ਨੇ ਉਸ ਵੇਲੇ ਬਚਨ ਕਹੇ ਸੀ, ਹਮ ਹੂੰ ਪੰਥ ਲੈ ਜਾਊਂ ਉਚੇਰੇ। ਮਹਾਰਾਜ ਕਹਿੰਦੇ ਮੈਂ ਤੁਹਾਨੂੰ ਦੂਸਰੇ ਧਰਮਾਂ ਦੇ ਵਾਂਗ ਰਸਾਤਲ ਦੇ ਵਿੱਚ ਨਹੀਂ ਡਿੱਗਣ ਦੇਵਾਂਗਾ। ਸਤਿਗੁਰੂ ਮਹਾਰਾਜ ਕਹਿੰਦੇ ਮੈਂ ਪੰਥ ਨੂੰ ਉੱਚੀਆਂ ਲੈ ਕੇ ਜਾਣਾ ਏ। ਤੇ ਜਿਸ ਪੰਥ ਦੀ ਨੀਂਹ ਸਤਿਗੁਰੂ ਮਹਾਰਾਜ ਜੀ ਨੇ ਰੱਖੀ, ਮਹਾਰਾਜ ਕਹਿੰਦੇ ਪੰਥ ਲੋਕਾਂ ਤੋਂ ਬਦਲੇ ਲੈਣ ਵਾਸਤੇ ਨਹੀਂ ਆ, ਇਹ ਤਾਂ ਪੰਥ ਐਸਾ ਏ ਕਿ ਪਰ ਨਾਰੀ ਕੋ ਮਾਤ ਬਖਾਨੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਪੰਥ ਐਸਾ ਏ ਕਿ ਜਿੰਦੀ ਨੀਂਹ ਸਤਿਗੁਰਾਂ ਨੇ ਰੱਖੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਾਵਾਂ ਭੈਣਾਂ ਧੀਆਂ ਜਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਮਹਾਰਾਜ ਨੇ ਬੇਅਦਬ ਬਾਅਦਬ ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਕਿ ਜਿਵੇਂ ਭਰਾ ਇੱਕ ਭੈਣ ਦਾ ਡੋਲਾ ਛੱਡ ਕੇ ਆਉਂਦੇ ਆ, ਇਸੇ ਤਰ੍ਹਾਂ ਤੁਸੀਂ ਇਸ ਬੱਚੀ ਦਾ, ਭਾਵੇਂ ਇਹ ਮੁਗਲਾਂ ਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹਦਾ ਡੋਲਾ ਇਹਦੇ ਘਰ ਦੇ ਵਿੱਚ ਛੱਡ ਕੇ ਆਓ ਤੇ ਸ਼ਗਨ ਨਾਲ ਦੇ ਕੇ ਜ਼ਰੂਰ ਆਉਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਪੰਥ ਨੂੰ ਉਚਾਈਆਂ ਤੇ ਲੈ ਕੇ ਜਾਣਾ। ਆਪ ਜੀ ਜਾਣਦੇ ਹੋ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਕਿਸੇ ਦੂਸਰੇ ਦੇ ਧਰਮ ਦੇ ਅਕੀਦੇ ਨੂੰ ਬਚਾਉਣ ਵਾਸਤੇ ਹੋਈ ਹੈ। ਜਦੋਂ ਤੁਸੀਂ ਖੋਜ ਕਰੋਗੇ ਨਾ, ਜਦੋਂ ਤੁਸੀਂ ਇਤਿਹਾਸ ਨੂੰ ਫਰੋਲੋਗੇ ਤੇ ਕਿਸੇ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਜਦੋਂ ਤੁਸੀਂ ਦੇਖੋਗੇ ਕਿ ਸਭ ਤੋਂ ਵੱਡਾ ਬਲੀਦਾਨ ਕਿਹਨੇ ਕੀਤਾ, ਤੇ ਤੁਸੀਂ ਦੇਖੋਗੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਨੇ ਜਨੇਊ ਪਾਉਣਾ ਨਹੀਂ। 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਬਰੀ ਲਾਉਣ ਵੀ ਨਹੀਂ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਕਿਹਾ, ਰੰਗਰੇਟਾ ਗੁਰੂ ਕਾ ਬੇਟਾ ਤੂੰ ਗੁਰੂ ਦਾ ਪੁੱਤਰਿਆ। ਤੇ ਭਾਈ ਜੈਤਿਆ ਸੱਚ ਕਰਕੇ ਦੱਸੀ, ਜਦੋਂ ਪਿਤਾ ਜੀ ਦੀ ਸ਼ਹਾਦਤ ਹੋਈ, ਜਦੋਂ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਸ ਵੇਲੇ ਉੱਥੇ ਸਿੱਖ ਕਿੰਨੇ ਸੀ ਮਹਾਰਾਜ ਪਤਾ ਨਹੀਂ ਸੀ ਲੱਗਦਾ ਕਿ ਸਿੱਖ ਹੈ ਵੀ ਕਿ ਨਹੀਂ ਨੇ। ਮਹਾਰਾਜ ਉਹ ਸਾਰੇ ਰੂਪ ਇੱਕੋ ਜਿਹੇ ਲੱਗਦੇ ਸੀ, ਹਿੰਦੂ ਸਿੱਖ ਸਭ ਇੱਕੋ ਜਿਹੇ ਲੱਗੀ ਜਾਂਦੇ ਸੀ। ਮਹਾਰਾਜ ਕਹਿੰਦੇ ਮੈਂ ਐਸਾ ਸਿੱਖ ਬਣਾਵਾਂਗਾ ਕਿ ਕਰੋੜਾਂ ਦੇ ਵਿੱਚ ਵੀ ਖਲੋਤਾ ਹੋਇਆ ਉਹ ਵੱਖਰਾ ਦਿਸੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨ 1698 1 ਸਾਲ ਪਹਿਲਾਂ ਮਹਾਰਾਜ ਨੇ ਸਿੱਖਾਂ ਨੂੰ ਵਿਸਾਖੀ ਦੇ ਉੱਤੇ ਹੁਕਮ ਕੀਤਾ ਸੀ ਕਿ ਅਗਲੇ ਸਾਲ ਜਦੋਂ 99 ਦੀ ਵਿਸਾਖੀ ਨੂੰ ਤੁਸੀਂ ਆਓ, ਸ਼ਸਤਰ ਧਾਰਨ ਕਰਕੇ ਆਉਣੇ, ਕੇਸ ਕਿਸੇ ਨੇ ਕਤਲ ਨਹੀਂ ਕਰਾਉਣੇ। ਤੁਸੀਂ ਪੜ੍ਹਦੇ ਹੋ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੋ ਕਾਨ ਤਾਂ ਕੇ ਕਿਤੇ ਲੈ ਸਿਧਾਨੋ, ਜਹੀ ਮੋਰ ਆ ਗਿਆ ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਹੋ ਨਾ ਦਿਦਾਰੇ। ਸਤਿਗੁਰੂ ਮਹਾਰਾਜ ਜੀ ਨੇ 1 ਸਾਲ ਪਹਿਲਾਂ ਹੀ ਹੁਕਮ ਕਰ ਦਿੱਤਾ। ਆਪ ਸ਼ਾਇਦ ਜਾਣਦੇ ਹੋਵੋ ਕਿ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਪਾਰੋ ਜੀ ਜੁਲਕਾ ਇਹਨਾਂ ਦੀ ਗੋਤ ਹੈ, ਖੱਤਰੀ ਜਾਤ ਦੇ ਵਿੱਚੋਂ ਨੇ, ਤੇ ਭਾਈ ਦਇਆ ਸਿੰਘ ਭਾਈ ਪਾਰੋ ਦੀ ਕੁੱਲ ਦੇ ਵਿੱਚੋਂ ਨੇ। ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਸਿੱਖ ਬੜੀ ਦੂਰੋਂ ਦਰਾਡਿਆਂ ਤੋਂ ਚੱਲ ਕੇ ਆਉਂਦੇ ਨੇ, ਪਰ ਮਹਾਰਾਜ ਆਪ ਜੀ ਜੇਕਰ ਕਿਰਪਾ ਕਰੋ ਕੁਝ ਦਿਨ ਪੱਕੇ ਹੀ ਬੰਨ ਦਿਓ ਕਿ ਜਦੋਂ ਸਿੱਖਾਂ ਨੇ ਤੁਹਾਡੇ ਚਰਨਾਂ 'ਚ ਆਉਣਾ ਹੀ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਭਾਈ ਪਾਰੋ ਦੀ ਬੇਨਤੀ ਤੇ ਗੁਰੂ ਅਮਰਦਾਸ ਮਹਾਰਾਜ ਨੇ 2 ਦਿਹਾੜੇ ਪੱਕੇ ਦਿੱਤੇ ਸਿੱਖਾਂ ਨੂੰ ਕਿ ਗੁਰੂ ਕਿਸੇ ਵੀ ਸਰੀਰ ਦੇ ਵਿੱਚ ਹੋਵੇ। ਤੁਸੀਂ ਦੇਖਦੇ ਹੋ, ਇਤਿਹਾਸ ਪੜ੍ਹਦੇ ਹੋ, ਗੁਰੂ ਦਾ ਸਰੀਰ ਭਾਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ, ਗੁਰੂ ਦਾ ਸਰੀਰ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ, ਗੁਰੂ ਦਾ ਸਰੀਰ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੈ, ਗੁਰੂ ਦਾ ਸਰੀਰ ਭਾਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਹੈ, ਗੁਰੂ ਦਾ ਸਰੀਰ ਭਾਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਹੈ,
गुरु दा शरीर भावें गुरु तेग बहादुर महाराज जी दा है, गुरु दा शरीर भावें गुरु गोबिंद सिंह महाराज जी दा है। महाराज कहते जोत ओहा जुगत साए से काया फिर पलटी है। सतगुरु महाराज सच्चे पातशाह आखते ने हमू गुरु गोबिंद सिंह हमू नानक अस्त, मैं ही गुरु नानक हाँ ते मैं ही गुरु गोबिंद सिंह हाँ। महाराज कहते शरीर किहड़ा भी होवे, जिथे गुरु होवेगा उत्थे विसाखी ते दिवाली दे दिहाड़े मनाए जाणगे। महाराज गुरु अमरदास जी ने हुक्म उस वेले किया, प्रथमे विसाखी द्वितीया दिवाली, पहला विसाखी दा दिहाड़ा ते दूसरा विसाखी दूसरा दिवाली दा। विसाखी ते दिवाली दे दिन गुरु अमरदास महाराज जी ने बन्ने, ते यही कारण कि गुरु अर्जन देव महाराज करतारपुर आउंदे ने ते विसाखी इत्थे लगदी आ। गुरु गोबिंद सिंह महाराज तलवंडी साबो भी गए, विसाखी उत्थे भी लगी। गुरु तेग बहादुर सच्चे पातशाह महाराज जेकर भेवे की धरती ते गए, कुरुक्षेत्र जाते ने, विसाखी उत्थे भी लगी। सतगुरु महाराज पातशाह जेकर कीरतपुर साहब रुके, गुरु हरगोबिंद साहब महाराज विसाखी उत्थे भी लगी। जिथे सतगुरु महाराज जी ने शरीर करके रहना, उत्थे विसाखी का समागम उलिकिया जाना। गुरु गोबिंद सिंह महाराज जी ने प्रिंसीपल सतबीर सिंह जी कहते हैं 11 महीने 11 दिन 11 घड़ियां 11 पल दी सतगुरु महाराज जी के एकांत तो बाद जिदन विसाखी का दिहाड़ा जिहड़ा अज तुसीं मनाउंदे पए हो, महाराज सच्चे पातशाह ने केसगढ़ साहब जी की पहाड़ी के उपर सच्चे पातशाह महाराज जी का आसन लग्या है। धन गुरु गोबिंद सिंह सच्चे पातशाह महाराज जी ने अमृत वेले तो आसा की वार दा हजूरी विच कीर्तन होया। गुरु गोबिंद सिंह सच्चे पातशाह महाराज समाप्ति तो उपरंत जिवें अगे हुंदा सी कि महाराज ने कोई उपदेश करना, कोई कथा सुनानी, गुरु गोबिंद सिंह सच्चे पातशाह महाराज ने उदन उपदेश नहीं किया। सतगुरु महाराज उदन बेम्यान तलवार नूं कीता ते महाराज उस 80,000 दे इकट्ठ दे अंदर सतगुरु गुरु गोबिंद सिंह महाराज आखदे ने, कोई है सिख का बेटा जो शीश करे बेटा। सब तो पहलों लाहौर दे भाई दया सिंह जी उठते ने, नाम पहला दया राम है, ते गुरबानी आखदी है लाहौर शहर जहर कहर सवा पहर। महाराज कहते ने दया जरूरी है, ते सतगुरु महाराज इस दया की गल गुरबानी दे विच बार बार करके आख्या, धर्म पैदा ही तां हुंदा जेकर दया होवे, धौल धर्म दया का पूत। गुरु नानक देव महाराज नूं जिदन जनेऊ पाउण लगे ते महाराज कहते ने जनेऊ ये नहीं पाउणा, किहड़ा पाउणा? महाराज कहते ने दया कपाह संतोख सूत जत गंडी सत वट। सतगुरु महाराज कहते ने कि दया जरूरी है। सच्चे पातशाह महाराज ने उत्थे दया की गल की ते पहला गुण पहला प्यारा भाई दया सिंह है, ये सिੱਖੀ का पहला गुण आ। ये 5 प्यारे कल्ले शरीर नहीं ने, ये 5 प्यारे 5 गुण ने ते हर सिख दे अंदर होने चाहिए ने। पहला गुण पहला प्यारा भाई दया सिंह उठिया। महाराज कहते कित्थों? कहते लाहौर शहर। महाराज कहते जिथे कहर वरतदा सी जेकर दया उथों आए तो फिर इदा मतलब धर्म भी पैदा होगा। दूसरा आवाज दी सिख उठिया भाई धर्मदास। कित्थों आया? कहते जी सतगुरु महाराज मैं दिल्ली तो आया। महाराज कहते दिल्ली विच धर्म हेत साका जिनकिया, गुरु ने धर्म दे हेत साका किया, दया दे विचों धर्म पैदा हुंदा है। दूसरा सिख भाई धर्म सिंह हाजिर होया। तीसरा सिख भाई हिम्मत सिंह जगन्नाथपुरी तो आया। हुण देखो जिन्ने सिख आए ये सारे सिख जिहड़े सन उत्थों चल के आए जिथे गुरु नानक देव महाराज गए हुए ने। महाराज लाहौर गए, महाराज दिल्ली जिथे गुरुद्वारा नानक पिया हुए महाराज दिल्ली भी गए ने, मजनू दे टिल्ले गए। सतगुरु सच्चे पातशाह महाराज जगन्नाथपुरी गए ते दसिया सच्ची आरती किहड़ी हुंदी आ। अज भी सिख ਜਿਹੜੀਆਂ ਆਰਤੀਆਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਹਟਾ ਕੇ ਗਏ ਸੀ ਕਿ ਥਾਲ ਵਿੱਚ ਦੀਵੇ ਰੱਖ ਕੇ ਤੇ ਤੁਸੀਂ ਮੂਰਤੀਆਂ ਦੇ ਅੱਗੇ ਘਮਾਉਂਦੇ ਹੋ, ਅੱਜ ਮੂਰਤੀਆਂ ਦੀ ਥਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਉਹ ਆਰਤੀਆਂ ਦੀਵੇ ਜਗਾ ਕੇ ਕਰਦੇ ਆ ਤੇ ਸ਼ਬਦ ਕੀ ਪੜ੍ਹਦੇ ਆ? ਗगन में थाल रव चंद दीपक बने, तारका मंडल जनक मोती, धूप मलियान लो पवन चवरो करे, सगल बनराए फुलंत ज्योति। महाराज कहते आरती इवें रब दी हुंदी है।
पर अज भी दीवे जगा के ते असीं गुरु ग्रंथ साहिब दीआं आरतियां उतारनियां शुरू कीतियां। महाराज कहंदे जिथे हिम्मत बीजी उथों हिम्मत सिंह चल के आया। जिथे जंग दे मैदान नूं छड्ड के शमे दा अवतार नठ उठिया, मंदिर बना दिता, रणछोड़ मंदिर। जरासिंध नाल कृष्ण की लड़ाई हुई तो कृष्ण जंग के मैदान नूं छड्ड के भजिया सी। उस धरती के उत्तों भाई मोहकम चंद चल के आए। मोहकम का अर्थ हुंदा है जुझना। भावें सामने लखां दी भी फौज आ जाए, हाजिर हो जाए, सिख कदी डरदा नहीं। सतगुरु महाराज कहंदे जिहड़ा दया जिंदे विच है वो धर्मी होवेगा, जिंदे विच धर्म है वो हिम्मती होवेगा, जिंदे विच हिम्मत है वो कदी भी जुल्म के खिलाफ लड़न तो गुरेज नहीं करेगा। ते जिहड़ा गुरेज नहीं करता ना धर्म दे विच आ करके हिम्मत दिखाउंदा है। 1.25 लाख से एक लड़ाऊं तबे गोबिंद सिंह नाम कहाऊं। गुरु गोबिंद सिंह सच्चे पातशाह महाराज कहंदे फिर साहिब दा वासा भी उनदे हिरदे विच हुंदा है, गुरु दा वासा उनदे हिरदे विच है। पंजवें सिख भाई दया भाई साहिब संत जी वो बिदर दे रहन वाले सी। ते बिदर जिहड़ा है नानक झीरा गुरु नानक देव महाराज उत्थे गए। बिदर जिहड़ा है वो कृष्ण दा भगत होया। हुण देखो सेवक हमेशा सेवक रहा, वो कदी मालक नहीं बन सकिया। सतगुरु महाराज ने कहा कि ये मेरा खास रूप है, इन्हां दे विच मेरा वासा है। इन पंचन मह बेरो बासा, दान दियो इन्हीं को पावत और को दान न लागत निको। सच्चे पातशाह महाराज ने इन्नियां बख्शिशां कीतियां कि जिथे 5 सिख लए। देखो 5 की प्रधानता कितनी है, समा इजाजत नहीं देता। मैं टूक मात्र कह के समाप्ति करा। गुरबानी पढ़ते हो महाराज कहते पंच प्रवान पंच प्रधान, पंचे पावे दरगहमान, पंचे सोहे दर राजान, पंचा का गुर एक ध्यान। सतगुरु महाराज जी ने 5 सरोवर दिते अमृतसर की धरती ते, 5 सानू तख्त दिते, 5 सानू ककार दिते, 5 प्यारे दिते, 5 नितनेम दियां बाणियां दित्तियां। ते जदों अमृत तैयार किया उदों बाटा लिया, विच निर्मल जल सतलुज दा पाया। माता जीत कौर जी ने पतासे पाए। सतगुरु महाराज ने 2 धारा खंडा मीरी ते पीरी दा सूचक विच रखिया। ते गुरु गोबिंद सिंह महाराज आप विच बैठ के बाणी पढ़नी शुरू की। उत्थे भी 5 इकट्ठे हुए ते बाणी दा तैयार होया। सतगुरु महाराज ने 5 दे सीस लए, 5 नूं नवां रूप दिता। ते सतगुरु महाराज ने 5 नूं जदों बुक दे उत्ते अमृत पा के छकाया ते क्या बोल वाहिगुरु जी का खालसा वाहिगुरु जी की फतेह। 5 वार झूले दिते, 5 फतेह बुलाई, 5 नेत्रां दे विच पाए, 5 वार फतेह बुलाई, 5 वार सीस दे उपर जल पाया। अमृत पा के सतगुरु महाराज सच्चे पातशाह जी ने उन्होंने अमृत 5 वारी सीस दे विच पाया। ते नाल ही सतगुरु महाराज ने 5 वार फतेह बुलवाई। सतगुरु महाराज ने कहा कि अज तो तुसी खालसा हो। और सतगुरु महाराज ने जो अनोखा किया वो ये सी कि जिवें गुर चेले रहरास की नानक सलामत थीम दे महाराज ने 5 नूं आख्या, कहन लगे गुरु खालसा खालसा गुरु करो मैं अब, जैसे गुरु नानक गुरु अंगद जी को किन्यो। शंक ना कीजे सावधान हो दीजे, अमृत छकाओ मोहे जैसे तुम लीन्यो। महाराज कहते इवें अमृत मैनू छकाओ जिवें तुसी मेरे तो प्राप्त किया। मैं तुहानू गुरु खालसा बना दिता। पहलों खालसे दा गुरु मैं सा, हुण मेरा गुरु खालसा है। ते सतगुरु महाराज अज बड़ियां गल्लां कहीआं जांदियां। महाराज नूं 5 ने आख्या कि दसो तुसी की दवोगे। सतगुरु महाराज ने कहा मैं सरबंस वार दांगा। देखो जिन्होंने नाई आख्या गया, झूर आख्या गया, शिंबे आख्या गया, जाट आख्या गया, जिन्होंने नीवियां जातां दे आख्या जांदा सी, जिन्होंने कोई मंजे दे कोल नहीं सी बहन दिंदा, जिन्होंने दिने चलण दा अधिकार कोई नहीं सी, दोपहरे चलो, जिन्होंने ये अधिकार सी कि गल दे विच टल पा के चलो, पिछे छापी बन के चलो ताकि तुहाडे पैरां दे निशान ना पैन। जा की जात वर्ण कुल नाही, सिकदारी ना भई कदाही, तिन्ही को सरदार बनाऊं तवे गोबिंद सिंह नाम कहाऊं। जिन्होंने लोग नीवे आखते सी, सतगुरु महाराज ने उन्होंने उच्चिया कर दिता। उन्होंने तो ये आख्या होना कि ऐसी लाल तुझ बिन कौन करे, नीचे ऊंच करे मेरा गोबिंद, ताहू के न डरे। सच्चे पातशाह महाराज बख्शिश रहमत करन। गुरु गोबिंद सिंह महाराज ने कहा कि इन्हां 5 च मेरा वासा,
ਕੱਲਾ ਬੰਦਾ ਅੰਮ੍ਰਿਤ ਸੰਚਾਰ ਨਹੀਂ ਕਰ ਸਕਦਾ। ਗੁਰੂ ਦੀ ਹਜ਼ੂਰੀ ਵਿੱਚ 5 ਹੀ ਅੰਮ੍ਰਿਤ ਸੰਚਾਰ ਕਰ ਸਕਦੇ ਨੇ। ਤੇ ਜਦੋਂ 5 ਅੰਮ੍ਰਿਤ ਸੰਚਾਰ ਕਰਦੇ ਨੇ ਉਹ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਦੇ ਰੂਪ ਦੇ ਵਿੱਚ ਨੇ। ਤੇ ਇਹ 5 ਇਕੱਲੇ ਪਿਆਰੇ ਨਹੀਂ, 5 ਗੁਣ ਨੇ, ਦਇਆ, ਧਰਮ, ਹਿੰਮਤ, ਦ੍ਰਿੜਤਾ ਤੇ ਗੁਰੂ ਦੇ ਨਾਲ ਪਿਆਰ। ਇਹ ਹਰ ਸਿੱਖ ਦੇ ਹਿਰਦੇ ਵਿੱਚ ਹੋਣਾ ਚਾਹੀਦਾ ਹੈ। ਤੇ ਜਦੋਂ ਮਹਾਰਾਜ ਕਹਿੰਦੇ ਸਿੱਖ 5 ਦਾ ਧਾਰਨੀ ਹੋਵੇਗਾ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੀ ਸਾਰੀ ਤਾਕਤ, ਮੇਰੀ ਸਾਰੀ ਬਖਸ਼ਿਸ਼ ਸਿੱਖਾਂ ਦੇ ਉੱਪਰ, ਉਹਨਾਂ 5 ਦੇ ਉੱਪਰ, ਉਹ ਖਾਲਸੇ ਦੇ ਉੱਪਰ ਹੋਵੇਗੀ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹੇ ਵਿਪਰਨ ਕੀ ਰੀਤ, ਤੋ ਮੈਂ ਨਾ ਕਰੋ ਇਨਕੀ ਪ੍ਰਤੀਤ। ਜਿੱਦਣ ਗੁਰੂ ਨੂੰ ਛੱਡ ਕੇ ਹੱਥ ਵਿੱਚ ਤੇਲ ਫੜ ਕੇ ਕਬਰਾਂ ਦੇ ਉੱਤੇ ਜਾ ਕੇ ਪਾਓਗੇ, ਮੜੀਆਂ ਨੂੰ ਮੰਨੋਗੇ, ਦੀਵੇ ਜਗਾਉਂਦੇ ਫਿਰੋਗੇ, ਪੰਡਤਾਂ ਤੋਂ ਰਾਸ਼ੀਆਂ ਪੁੱਛਦੇ ਫਿਰੋਗੇ, ਹੱਥ ਵਿੱਚ ਨਗ ਪਾ ਕੇ ਮੌਲੀਆਂ ਬੰਨ ਕੇ ਤੁਰੇ ਫਿਰੋਗੇ, ਸਤਿਗੁਰੂ ਮਹਾਰਾਜ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਜੀ ਆਪ ਸਾਰੀਆਂ ਹੀ ਸੰਗਤਾਂ ਨੂੰ ਖਾਲਸਾ ਪੰਥ ਦੇ 324ਵੇਂ ਸਾਜਨਾ ਦਿਹਾੜੇ, ਇਹ ਮੁਕੰਮਲਤਾ ਦਿਹਾੜਾ ਹੈ, ਇਹ ਸੰਪੂਰਨਤਾ ਹੈ, ਇਹ ਸਚਿਆਰ ਸਿੱਖ ਦੀ ਸੰਪੂਰਨਤਾ ਹੈ। ਤੇ ਆਪ ਜੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਭਾਈ ਗੁਰਮਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹ ਪਹੁੰਚ ਚੁੱਕੇ ਨੇ। ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਕਰਨੇ ਨੇ। 10 ਵਜੇ ਤੋਂ ਲੈ ਕੇ 11:30 ਵਜੇ ਤੱਕ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਾ। ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕਰਨਾ ਹੈ। ਉਸ ਤੋਂ ਬਾਅਦ ਵਿੱਚ ਭਾਈ ਨਰਿੰਦਰ ਸਿੰਘ ਜੀ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਬੋਲਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ, ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਸ ਬਖਸ਼ੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ